ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਸਾਡੇ ਤੇ। ਸਾਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ। ਸੋ ਆਓ ਆਪਾਂ ਹੁਣ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਉਸ ਤੋਂ ਪ੍ਰਥਮ ਪਿਆਰ, ਅਦਬ ਅਤੇ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੀ ਮਿੱਠੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ 667 ਅੰਗ ਤੋਂ ਆਰੰਭ ਹੋ ਕੇ 668 ਅੰਗ ਤੇ ਸਮਾਪਤ ਹੋ ਜਾਂਦਾ ਹੈ, ਸੰਪੂਰਨ ਹੋ ਜਾਂਦਾ ਹੈ। ਧਨਾਸਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਹੈ। ਗੁਰੂ ਮਹਾਰਾਜ ਨੇ ਇਸ ਸ਼ਬਦ ਅੰਦਰ ਸਾਨੂੰ ਸਮਝਾਇਆ ਹੈ ਕਿ ਅਸੀਂ ਕਿਵੇਂ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਮੇਰੇ ਗੁਰਸਿੱਖ ਮਿੱਤਰ, ਤੂੰ ਆਪਣੇ ਕਦਮਾਂ ਨੂੰ ਉਧਰ ਲੈ ਕੇ ਜਾਈਂ ਜਿਹੜੇ ਪਾਸੇ ਤੇਰੇ ਗੁਰੂ ਦੇ ਪੈੜ ਚਿੰਨ੍ਹ ਨੇ, ਤੇਰੇ ਗੁਰੂ ਦੇ ਜਿੱਧਰ ਫੁੱਟਪ੍ਰਿੰਟ ਨੇ, ਉਹਨਾਂ ਦੇ ਪਿੱਛੇ ਪਿੱਛੇ ਤੂੰ ਚੱਲੀ। ਹੇ ਮੇਰੇ ਗੁਰਸਿੱਖ ਮਿੱਤਰ, ਚੱਲੋ ਗੁਰ ਚਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਜਿਹੜੀ ਚਾਲ ਗੁਰੂ ਨੇ ਚੱਲੀ ਹੈ, ਉਹਦੇ ਪਿੱਛੇ ਪਿੱਛੇ ਹੀ ਤੂੰ ਤੁਰਨਾ ਕਰ ਪਿਆਰੇ, ਆਪਣਾ ਕੋਈ ਵੱਖਰਾ ਰਾਹ ਨਾ ਬਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਮਹਾਰਾਜ ਨੇ ਤੈਨੂੰ ਕਿਹਾ ਹੈ, ਉਹਨੂੰ ਕਹਿ ਵੀ ਇਹ ਮੇਰੇ ਵਾਸਤੇ ਚੰਗਾ ਹੈ, ਸ੍ਰੇਸ਼ਟ ਹੈ, ਉੱਤਮ ਹੈ। ਤੇ ਗੁਰੂ ਦੀ ਜਿਹੜੀ ਕਥਾ ਹੈ, ਪਰਮਾਤਮਾ ਦੀ ਕਥਾ, ਉਹ ਬੜੀ ਨਿਰਾਲੀ ਆ, ਆਤਮਕ ਆਨੰਦ ਦੇਣ ਵਾਲੀ ਹੈ, ਜੀਵਨ ਤਬਦੀਲ ਕਰਨ ਵਾਲੀ ਹੈ, ਰਸ ਦੇ ਨਾਲ ਜ਼ਿੰਦਗੀ ਭਰਨ ਵਾਲੀ ਹੈ, ਖਿਆਲਾਂ ਨੂੰ ਮਾੜੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਿਟਾਉਣ ਵਾਲੀ ਹੈ। ਇਹ ਐਸੀ ਕਥਾ ਹੈ, ਹਰ ਹਰ ਕਥਾ ਨਿਰਾਲੀ। ਪਰ ਅਸੀਂ ਬਹੁਤ ਅੰਧਲੇ ਹਾਂ, ਅੰਧ ਬਿਖੈ ਬਿਕਰਾਤੇ। ਇੱਕ ਤਾਂ ਹੈਗੇ ਅੰਧੇ ਹਾਂ ਤੇ ਇੱਕ ਫਿਰਦੇ ਹਨੇਰੇ ਵਿੱਚ ਹਾਂ। ਇੱਕ ਤਾਂ ਹਨੇਰੇ ਵਿੱਚ ਹਾਂ, ਇੱਕ ਹੈਗੇ ਅੰਧੇ ਹਾਂ।
ਤਾਂ ਕਿਵੇਂ ਅਸੀਂ ਗੁਰੂ ਦੀ ਚਾਲ ਤੇ ਚੱਲੀਏ। ਜੋ ਗੁਰੂ ਦੱਸਦਾ ਹੈ ਉਹਦੇ ਤੇ ਟੁਰਿਆ ਨਹੀਂ ਜਾਂਦਾ। ਸਤਿਗੁਰ ਦਇਆ ਕਰੇ ਸੁਖ ਦਾਤਾ। ਇਹ ਤਾਂ ਕਿਤੇ ਗੁਰੂ ਸਾਹਿਬ ਜੀ ਦਇਆ ਕਰਦੇ ਨੇ ਬੰਦੇ ਤੇ, ਤਰਸ ਕਰਦੇ ਨੇ। ਸੋ ਸੁੱਖਾਂ ਦੇ ਦਾਤੇ ਹਮ ਲਾਵੇ ਆਪਨ ਪਾਲੀ। ਸਾਨੂੰ ਆਪਣੇ ਨਾਲ ਜੋੜ ਲੈਣ, ਫੇਰ ਹੀ ਟੁਰਿਆ ਜਾਂਦਾ ਹੈ। ਹੇ ਮੇਰੇ ਗੁਰਸਿੱਖ ਮਿੱਤਰ, ਤੂੰ ਗੁਰੂ ਦੇ ਦੱਸੇ ਅਨੁਸਾਰ ਹੀ ਜ਼ਿੰਦਗੀ ਨੂੰ ਜਿਉਂ। ਇਸ ਤੋਂ ਬਿਨਾਂ ਸਾਰੀ ਜ਼ਿੰਦਗੀ ਤੇਰੀ ਖੁਆਰ ਹੋ ਜਾਏਗੀ। ਇਸ ਤੋਂ ਬਿਨਾਂ ਤੇਰਾ ਸਾਰਾ ਜੀਵਨ ਜਿਹੜਾ ਹੈ ਉਹ ਨਰਕਾਂ ਭਰਿਆ ਹੋ ਜਾਏਗਾ। ਇਸ ਤੋਂ ਬਿਨਾਂ ਤੇਰੀ ਜ਼ਿੰਦਗੀ ਬੇਰਸੀ ਹੋ ਜਾਏਗੀ, ਬੇਰੰਗੀ ਹੋ ਜਾਏਗੀ। ਤੇ ਨਾਮ ਬਿਨਾਂ ਸਭ ਕੂੜ, ਕੂੜ ਭਰੀ ਜ਼ਿੰਦਗੀ ਹੋ ਜਾਏਗੀ। ਇਹ ਗੁਰੂ ਰਾਮਦਾਸ ਜੀ ਨੇ ਦੱਸਿਆ ਹੈ। ਸੋ ਆਓ ਆਪਾਂ ਇਹਦੀ ਵਿਸਥਾਰ ਦੇ ਨਾਲ ਚਰਚਾ ਕਰਦੇ ਹਾਂ ਕਿ ਕਈ ਵਾਰ ਅਸੀਂ ਵੇਖਦੇ ਹਾਂ ਕਿ ਸਾਡੀ ਕੋਈ ਆਦਤ ਆ ਜਿਹੜੀ ਪੱਕ ਜਾਂਦੀ ਆ। ਬਹੁਤ ਅਸੀਂ ਬੇਨਤੀਆਂ ਕਰਦੇ ਹਾਂ ਜਦੋਂ ਮਹਾਰਾਜ ਅੱਗੇ, ਬਾਰ-ਬਾਰ ਅਰਦਾਸ ਕਰਨ ਦੇ ਨਾਲ ਹੀ ਉਹ ਆਦਤ ਆ ਜਿਹੜੀ ਠੀਕ ਹੁੰਦੀ ਆ, ਨਹੀਂ ਤਾਂ ਉਹ ਉੱਦਾਂ ਹੀ ਬਣੀ ਰਹਿੰਦੀ ਆ। ਪਹਿਲਾਂ ਅਸੀਂ ਆਦਤ ਬਣਾਉਂਦੇ ਹਾਂ, ਫਿਰ ਆਦਤਾਂ ਜਦੋਂ ਬਣ ਜਾਂਦੀਆਂ ਨੇ, ਬੁੱਢੀਆਂ ਹੋ ਜਾਂਦੀਆਂ ਨੇ, ਫਿਰ ਉਹ ਸਾਨੂੰ ਚਲਾਉਂਦੀਆਂ ਨੇ। ਹਰ ਇੱਕ ਬੰਦਾ ਕਹਿ ਸਕਦੇ ਹਾਂ ਇੱਕ ਆਦਤ ਹੈ, ਜਦੋਂ ਪੱਕ ਜਾਂਦੀਆਂ ਨੇ ਬਸ ਉਹੀ ਉਹਦੀ ਜ਼ਿੰਦਗੀ ਆ। ਫਰੀਦ ਸਾਹਿਬ ਜੀ ਬਹੁਤ ਸੋਹਣਾ ਕਹਿੰਦੇ ਨੇ, ਕਹਿੰਦੇ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਫਰੀਦਾ ਲੋੜੈ ਦਾਖ ਬਿਜੌਰੀਆਂ। ਇੱਕ ਜੱਟ ਹੈ, ਕਿਸਾਨ ਕਹਿ ਰਹੇ ਨੇ, ਉਹ ਖੇਤੀ ਕਰਦਾ ਹੈ। ਜਦੋਂ ਉਹ ਚਾਹੁੰਦਾ ਹੈ ਕਿ ਉਹਨੂੰ ਬਿਜੌਰ ਇਲਾਕੇ ਦੀਆਂ ਦਾਖਾਂ, ਅੰਗੂਰ ਪ੍ਰਾਪਤ ਹੋਣ, ਜਿਹੜੇ ਕਿ ਬੜੇ ਰਸੀਲੇ ਮੰਨੇ ਗਏ ਆ, ਮਿਠਾਸ ਨਾਲ ਭਰੇ, ਆਪਦੇ ਫਲ ਹੁੰਦੇ ਆ ਇਲਾਕੇ ਦੇ। ਕਸ਼ਮੀਰ ਦੇ ਸੇਬ ਜਿਹੜੇ ਨੇ ਜਾਂ ਡਰਾਈ ਫਰੂਟ ਆ, ਉਹਨਾਂ ਵਰਗੀ ਕੋਈ ਰੀਸ ਨਹੀਂ। ਜਿਵੇਂ ਇੱਦਾਂ ਬਿਜੌਰ ਦੇ ਇਲਾਕੇ ਦੀਆਂ ਦਾਖਾਂ ਉਹ ਕਹਿੰਦਾ ਮੈਂ ਖਾਣੀਆਂ ਨੇ। ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਉਹ ਮਿਲਿਆ ਹੈ। ਉਹ ਕਿਸਾਨ ਅਜਾਣ ਸੀ, ਭੋਲਾ ਸੀ, ਜਾਣਦਾ ਨਹੀਂ ਸੀ ਕੁਝ। ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਉਹਨੇ ਕੀ ਕੀਤਾ ਕਿ ਕਿੱਕਰ ਦਾ ਬੀਜ ਬੋਇਆ, ਕਿੱਕਰ ਬੀਜ ਦਿੱਤੀ ਆ। ਹੁਣ ਜਦੋਂ ਵੱਡੀ ਹੋਈ, ਉਹਨੇ ਮਿਹਨਤ ਕੀਤੀ, ਉਹਨੂੰ ਪਾਲਿਆ, ਉਹਨੂੰ ਲੱਗ ਗਈਆਂ ਸੂਲਾਂ, ਉਹਨੂੰ ਬਿਜੌਰ ਦੀਆਂ ਦਾਖਾਂ ਨਹੀਂ ਲੱਗੀਆਂ, ਅੰਗੂਰ ਥੋੜ੍ਹੀ ਲੱਗੇ ਉਹਨੂੰ। ਪਹਿਲੀ ਗਲਤੀ ਉਹਨੇ ਇਹ ਕੀਤੀ। ਦੂਜੀ ਗਲਤੀ ਉਹਨੇ ਇਹ ਕੀਤੀ ਕਿ ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਕਹਿੰਦਾ ਮੈਂ ਰੇਸ਼ਮ ਦੇ ਕੱਪੜੇ ਪਾਉਣੇ ਨੇ, ਪਰ ਉਹ ਕੱਤ ਉਨ ਰਿਹਾ ਸੀ। ਹੰਡੈ ਉਨ ਕਤਾਏ ਦਾ, ਕਤਾਏ ਦਾ ਮਤਲਬ ਕਿ ਕੱਤ ਰਿਹਾ ਸੀ ਉਨ। ਪੈਦਾ ਲੋੜੈ ਪੱਟ, ਪੱਟ ਕਹਿੰਦੇ ਨੇ ਰੇਸ਼ਮ ਨੂੰ, ਪਰ ਭਾਲਦਾ ਰੇਸ਼ਮ ਸੀ। ਜਦੋਂ ਕੱਤੀ ਉਨ ਸੀ, ਉਹਨੇ ਤਾਂ ਉਹਨੂੰ ਉਨ ਹੀ ਮਿਲਣੀ ਸੀ। ਜਦੋਂ ਉਹਨੇ ਬੀਜੀ ਕਿੱਕਰ ਸੀ ਤੇ ਕੰਡੇ ਹੀ ਉਹਨੂੰ ਮਿਲਣੇ ਸੀ, ਸੂਲਾਂ ਹੀ ਮਿਲਣੀਆਂ ਸੀ। ਤਾਂ ਜ਼ਿੰਦਗੀ ਦੇ ਵਿੱਚ ਅਸੀਂ ਜੋ ਜ਼ਿੰਦਗੀ ਨੂੰ ਦਿੰਦੇ ਹਾਂ ਉਹ ਮੁੜ ਕੇ ਆਉਂਦਾ ਹੈ। ਧਰਤੀ ਵਿੱਚ ਕੋਈ ਵੀ ਬੀਜ ਬੀਜੀਏ, ਅਨੰਤ ਗੁਣਾ ਹੋ ਕੇ ਵਾਪਸ ਆਉਂਦਾ ਹੈ। ਅਨੰਤ ਗੁਣਾ। ਝੋਲੇ ਵਿੱਚ ਬੀਜ ਲੈ ਕੇ ਜਾਂਦੇ ਹਾਂ ਤੇ ਟਰਾਲੀ ਭਰ ਕੇ ਲੈ ਕੇ ਆਉਂਦੇ ਹਾਂ ਖੇਤਾਂ ਵਿੱਚ ਜੋ ਅਸੀਂ ਬੀਜਦੇ ਹਾਂ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਧਰਤੀ ਨੂੰ ਜੋ ਦਹੋ, ਜੋ ਮਰਜ਼ੀ ਬੀਜੋ, ਉਹਦੇ ਵਿੱਚ ਦੁੱਗਣਾ ਹੋ ਕੇ ਤੇ ਕਈ ਗੁਣਾ ਹੋ ਕੇ ਤੁਹਾਨੂੰ ਵਾਪਸ ਕਰਦੀ ਆ। ਸਰੀਰ ਵੀ ਸਿੱਖਾ ਧਰਤੀ ਹੋਈ ਆ। ਤੂੰ ਇਹਦੇ ਵਿੱਚ ਜਿਹੜਾ ਬੀਜ ਬੋ ਰਿਹਾ ਹੈ ਤਾਂ ਉਹ ਤੈਨੂੰ ਦੁੱਗਣਾ ਹੋ ਕੇ ਮਿਲੇਗਾ। ਪਰ ਤੂੰ, ਮਹਾਰਾਜ ਕਹਿੰਦੇ ਨੇ ਅੱਜ ਦੇ ਸ਼ਬਦਾਂ ਵਿੱਚ,
ਗੁਰਸਿੱਖ ਮੀਤ ਚਲੋ ਗੁਰ ਚਾਲੀ। ਸਿੱਖਾ ਤੂੰ ਉਹ ਬਚਨਾਂ ਤੇ ਚੱਲ, ਉਹ ਬੀਜ ਬੀਜ ਜਿਹੜੇ ਗੁਰੂ ਨੇ ਤੈਨੂੰ ਦੱਸੇ ਆ ਕਿ ਆਹ ਬੀਜ ਬੀਜ ਕਿ ਤੇਰੀ ਜ਼ਿੰਦਗੀ ਸੋਹਣੀ ਬਣੇਗੀ। ਸਿੱਧੀ ਜੀ ਗੱਲ ਤਾਂ ਇੰਨੀ ਕੀ ਆ, ਜੇ ਬੀਜ ਬੀਜ ਕੇ ਆਪ ਹੀ ਖਾਣੇ ਨੇ ਤਾਂ ਫਿਰ ਸੋਹਣੇ ਬੀਜ ਬੀਜਣੇ ਚਾਹੀਦੇ ਨੇ। ਭਾਵ ਤੁਸੀਂ ਕੋਈ ਚੀਜ਼ ਸੋਚੀ ਆ ਨਾ, ਤੁਹਾਡੀ ਧਰਤੀ ਆ, ਸੋਚਣਾ ਇੱਕ ਬੀਜ ਆ, ਸਰੀਰ ਇੱਕ ਧਰਤੀ ਆ, ਇੱਦਾਂ ਤੁਸੀਂ ਵੱਧ ਸਮਝੋਗੇ। ਤੇ ਜਿਹੜੀ ਚੀਜ਼ ਤੁਸੀਂ ਸੋਚ ਰਹੇ ਹੁੰਦੇ ਹੋ ਉਹ ਜਾ ਕੇ ਵਿੱਚ ਡਿੱਗ ਪੈਂਦੀ ਆ ਤੁਹਾਡੀ ਧਰਤੀ ਦੇ ਤੇ ਉੱਗਦੀ ਵੀ ਆ। ਮੈਂ ਕਿਸੇ ਨੂੰ ਦੁਖੀ ਕਰਨਾ, ਇੱਦਾਂ ਤੁਸੀਂ ਸੋਚਿਆ, ਉਹ ਬੀਜ ਉੱਗ ਪਿਆ, ਉਹ ਧਰਤੀ 'ਚ ਵਿੱਚ ਡਿੱਗ ਪਿਆ ਤੁਹਾਡੇ ਅੰਦਰ। ਇਹ ਸਰੀਰ ਧਰਤੀ ਹੈ, ਤਿਸ ਵਿੱਚ ਜੇਹਾ ਬੀਜੈ ਤੇਹਾ ਫਲ ਪਾਏ। ਵਿੱਚੇ ਡਿੱਗ ਪਿਆ। ਦੁੱਖ ਕਿਸੇ ਨੂੰ ਦੇਣਾ ਸੀ ਤੇ ਮਿਲ ਤੁਹਾਨੂੰ ਗਿਆ। ਮੈਂ ਕਿਸੇ ਤੇ ਗੁੱਸਾ ਕਰਨਾ, ਕ੍ਰੋਧ ਕਰਨਾ, ਉਦੋਂ ਪਹਿਲਾਂ ਤੁਸੀਂ ਹੀ ਤਪੇ ਆ, ਫੇਰ ਜਾ ਕੇ ਕਿਤੇ ਉਹਨੂੰ ਦੂਜੇ ਬੰਦੇ ਨੂੰ ਤਪਾਇਆ ਹੈ। ਤਾਂ ਕਹਿਣਾ ਇਹ ਪਵੇਗਾ ਜਿਹੜਾ ਹੱਸ ਰਿਹਾ ਉਹਨੇ ਕਿਸੇ ਨੂੰ ਹਸਾਇਆ ਹੋਣਾ, ਜਿਹੜਾ ਰੋਇਆ ਹੈ ਤਾਂ ਕਿਸੇ ਨੂੰ ਰਵਾਇਆ ਹੋਣਾ, ਕੋਈ ਦੁਖੀ ਆ ਤੇ ਕਿਸੇ ਨੂੰ ਦੁੱਖ ਦਿੱਤਾ ਹੋਣਾ, ਕੋਈ ਸੁਖੀ ਆ ਤੇ ਕਿਸੇ ਨੂੰ ਸੁੱਖ ਦਿੱਤਾ ਹੋਣਾ, ਕੋਈ ਮੁਸਕਰਾ ਰਿਹਾ ਕਿਸੇ ਨੂੰ ਮੁਸਕਰਾਇਆ ਹੋਣਾ, ਕੋਈ ਬਹੁਤ ਪੀੜਾ ਚ ਤਾਂ ਕਿਸੇ ਨੂੰ ਪੀੜਾ ਦਿੱਤੀ ਹੋਊਗੀ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਤਾਂ ਇੱਦਾਂ ਦੀ ਜਿਹੜੀ ਜ਼ਿੰਦਗੀ ਆ ਨਾ, ਤਾਂ ਉਹਦੇ ਵਿੱਚ ਭਾਵ ਅਸੀਂ ਕਹਿੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਅਸੀਂ ਉਹ ਕਰ ਬਹਿੰਦੇ ਹਾਂ ਜਿਹਦਾ ਕੋਈ ਅਰਥ ਨਹੀਂ ਹੈ, ਪਰ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ। ਇੱਕ ਟੇਲਰ ਮਾਸਟਰ ਸਨ, ਉਹਨਾਂ ਦੀ ਮੈਂ ਗਾਥਾ ਪੜ੍ਹੀ, ਬੜੀ ਪਿਆਰੀ ਆ। ਉਹ ਚੁਬਾਰੇ ਤੇ ਬਹਿ ਕੇ ਇਹਨਾਂ ਕੱਪੜੇ ਸਿਉਂਦੇ ਹੁੰਦੇ ਸੀ ਤੇ ਉਹਨਾਂ ਦੇ ਇੱਕ ਹੀ ਘਰ ਵਿੱਚ ਔਲਾਦ ਸੀ, ਬਹੁਤ ਛੋਟੀ ਬੱਚੀ ਸੀ, ਬਹੁਤ ਸਿਆਣੀ ਸੀ ਉਹ। ਇੱਕ ਦਿਨ ਇਹ ਕੱਪੜੇ ਸਿਉਂ ਰਹੇ ਸੀ ਇੱਦਾਂ, ਤੇ ਪਿਤਾ ਜੀ ਉਹ ਬੱਚੀ ਦੇ ਤੇ ਆਈ, ਪੁੱਛਣ ਲੱਗੀ, ਪਿਤਾ ਜੀ ਕੀ ਕਰ ਰਹੇ ਹੋ ਤੁਸੀਂ? ਬੱਚਿਆਂ ਦਾ ਜਿੱਦਾਂ ਸੁਭਾਅ ਹੁੰਦਾ ਹੈ। ਤਾਂ ਉਹ ਕਹਿ ਰਿਹਾ, ਪੁੱਤਰੀ ਮੈਂ ਕੱਪੜੇ ਸੀ ਰਿਹਾ, ਜਿੱਦਾਂ ਆਪਾਂ ਬੱਚਿਆਂ ਨੂੰ ਕਹਿੰਦੇ ਆ। ਉਹ 10 ਮਿੰਟ ਬਾਅਦ ਫਿਰ ਆ ਕੇ ਪੁੱਛਦੀ, ਪਿਤਾ ਜੀ ਕੀ ਕਰ ਰਹੇ ਹੋ ਤੁਸੀਂ? ਫਿਰ ਕਹਿੰਦਾ ਵੀ, ਉਹ ਕਹਿੰਦਾ ਮੈਂ ਬੇਟੀ ਮੈਂ ਇਹ ਕੱਪੜੇ ਸਿਉਂ ਰਿਹਾ। ਤੀਜੀ ਵਾਰੀ ਜਦੋਂ ਆ ਕੇ ਉਹ ਪੁੱਛਦੀ ਆ ਕਿ ਪਿਤਾ ਜੀ ਕੀ ਕਰ ਰਹੇ ਹੋ, ਉਹ ਬੜੇ ਗੁੱਸੇ 'ਚ ਕਹਿੰਦਾ ਵੀ ਤੈਨੂੰ ਪਤਾ ਨਹੀਂ ਲੱਗਦਾ, ਵਾਰ-ਵਾਰ ਤੂੰ ਪੁੱਛ ਰਹੀ ਆ, ਵਾਰ-ਵਾਰ ਪੁੱਛਦੀ ਆ ਵੀ ਕੀ ਕਰ ਰਿਹਾ, ਕੀ ਕਰ ਰਿਹਾ, ਆਹ ਦੇਖ ਮੈਂ ਕੱਪੜੇ ਤਾਂ ਸਿਉਂ ਰਿਹਾ, ਤੂੰ ਵਾਰ-ਵਾਰ ਪੁੱਛੀ ਜਾਂਦੀ ਆ। ਖਿਝ 'ਚ ਜਾਂਦੇ ਅਸੀਂ। ਤਾਂ ਉਹ ਕਹਿੰਦੀ, ਪਿਤਾ ਜੀ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਪੈਡਲ ਮਾਰ ਰਹੇ ਹੋ ਮਸ਼ੀਨ ਦੇ, ਸੂਈ ਵੀ ਇੱਦਾਂ ਕੱਪੜੇ ਦੇ ਉੱਪਰ ਤੇ ਜਾ ਰਹੀ ਆ, ਪਰ ਧਾਗਾ ਤੁਸੀਂ ਪਾਉਣਾ ਭੁੱਲ ਚੁੱਕੇ ਹੋ। ਦੇਖੋ ਧਿਆਨ ਦੇ ਨਾਲ ਵੀ ਤੁਸੀਂ ਧਾਗਾ ਤਾਂ ਪਾਇਆ ਹੀ ਨਹੀਂ ਹੈ, ਪੈਡਲ ਵੱਜ ਰਹੇ ਆ ਜ਼ਿੰਦਗੀ ਦੇ, ਸੂਈ ਵੀ ਉੱਪਰ ਕੱਪੜੇ ਦੇ ਜਾ ਰਹੀ ਆ, ਪਰ ਸੀਤਾ ਨਹੀਂ ਕੁਝ ਜਾ ਰਿਹਾ। ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰ ਸੋਂ ਲਾਗਾ। ਭਗਤ ਨਾਮਦੇਵ ਜੀ ਕਹਿੰਦੇ, ਮੈਂ ਆਪਣੇ ਮਨ ਨੂੰ ਵਿੱਚ ਧਾਗਾ ਪਰੋ ਕੇ ਪਰਮਾਤਮਾ ਦੇ ਨਾਲ ਗੰਢਿਆ ਹੈ। ਅਸੀਂ ਕੀ ਕਰਦੇ ਹਾਂ? ਅਸੀਂ ਪੈਡਲ ਮਾਰਦੇ ਹਾਂ, ਸੂਈ ਵੀ ਉੱਦਾਂ ਕੱਪੜੇ ਤੇ ਫਿਰ ਰਹੀ ਆ, ਪਰ ਸੀਤਾ ਨਹੀਂ ਕੁਝ ਜਾ ਰਿਹਾ, ਕਿਉਂਕਿ ਸਾਨੂੰ ਸਿਉਣਾ ਨਹੀਂ, ਕੱਟਣਾ ਹੀ ਆਉਂਦਾ ਹੈ, ਉਧੇੜਨਾ ਹੀ ਆਉਂਦਾ ਹੈ। ਬੰਦਾ ਇੱਦਾਂ ਹੀ ਕਰਦਾ, ਇਹ ਸਿਉਂਦਾ ਨਹੀਂ ਕਿਸੇ ਨੂੰ, ਮਤਲਬ ਕਿ ਬਹੁਤ ਕੋਈ ਅੰਦਰੋਂ ਦੁਖੀ ਆ, ਇਹ ਉਹਨੂੰ ਹੋਰ ਉਧੇੜਦਾ ਹੈ। ਕਬੀਰ ਸਾਹਿਬ ਜੀ ਦਾ ਇੱਕ ਬਚਨ ਆ ਬਹੁਤ ਪਿਆਰਾ, ਫਰੀਦ ਭਗਤ ਜੀ ਵੀ ਕਹਿੰਦੇ ਨੇ ਇਹਨਾਂ ਬਚਨਾਂ ਨੂੰ, ਕਹਿੰਦੇ ਨੇ ਕਿ ਰਾਤੀ ਵੱਡੀਆਂ ਫਰੀਦਾ, ਰਾਤੀ ਵੱਡੀਆਂ, ਸਿਆਲਾਂ ਦੀਆਂ ਰਾਤਾਂ ਕਹਿੰਦੇ ਵੱਡੀਆਂ ਹੁੰਦੀਆਂ ਨੇ, ਦਿਨ ਛੋਟੇ ਹੁੰਦੇ ਨੇ। ਭਗਤ ਜੀ ਕਹਿੰਦੇ, ਧੁੱਖ ਧੁੱਖ ਉੱਠਣ ਪਾਸ, ਕਹਿੰਦੇ ਇਹ ਰਾਤ ਜਿਹੜੀ ਆ ਸਿਆਲਾਂ ਵਾਲੀਆਂ ਰਾਤਾਂ ਨੇ, ਮੈਂ ਬਹੁਤ ਇਹਦੇ ਵਿੱਚ ਧੁੱਖਦਾ ਹਾਂ। ਬੰਦਾ ਬਹੁਤ ਦੁਖੀ ਹੁੰਦਾ, ਸੌਂ ਕੇ ਉਹਦੇ ਪਾਸੇ ਦੁਖਣ ਲੱਗ ਜਾਂਦੇ ਨੇ। ਪਰ ਧਿੱਗ ਤਿੰਨਾਂ ਦਾ ਜੀਵ ਆ, ਜਿਨ੍ਹਾਂ ਵਿਡਾਣੀ ਆਸ,
ਉਹਨਾਂ ਦੇ ਜੀਵਨ ਤੇ ਧਰੇਗਾ, ਉਹਨਾਂ ਦੇ ਜੀਵਨ ਨੂੰ ਫਿਟਕਾਰ ਆ, ਜਿਹੜੇ ਪੈਡਲ ਮਾਰ ਰਹੇ ਆ ਜ਼ਿੰਦਗੀ ਦੇ, ਪਰ ਵਿੱਚ ਧਾਗਾ ਕੋਈ ਨਹੀਂ, ਸੀਤਾ ਕੁਝ ਨਹੀਂ ਜਾ ਰਿਹਾ। ਉਹਨਾਂ ਦੇ ਜੀਵਨ ਤੇ ਫਿਟਕਾਰ ਹੈ, ਜਿਹੜੇ ਪਰਮਾਤਮਾ ਨਾਲ ਪਿਆਰ ਨਹੀਂ ਕਰ ਪਾਉਂਦੇ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਇੱਕ ਦਿਨ ਭਗਤ ਫਰੀਦ ਜੀ ਕਹਿੰਦੇ ਮੈਨੂੰ ਬਹੁਤ ਕੰਮ ਪੈ ਗਿਆ ਕੋਈ ਜ਼ਰੂਰੀ। ਉਹਨਾਂ ਦੀ ਗਾਥਾ ਹੈ, ਨਮਾਜ਼ ਮੇਰੇ ਤੋਂ ਖੁੰਝ ਗਈ ਕਿਤੇ, ਸ਼ਾਮ ਵਾਲੀ ਇਸਾ ਦੀ ਨਮਾਜ਼ ਖੁੰਝ ਗਈ, ਨਹੀਂ ਪੜ੍ਹੀ ਗਈ ਕਿਤੇ। ਵੇਲਾ ਲੰਘ ਗਿਆ ਤੇ ਫਿਰ ਜਿਵੇਂ ਕਹਿੰਦੇ ਨੇ ਕਿ ਤੇ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ ਤੇ ਵੇਲੇ ਦੀ ਨਮਾਜ਼ ਹੁੰਦੀ ਆ। ਉਹ ਜਦੋਂ ਸੌਣ ਲੱਗੇ ਨਾ ਰਾਤ ਨੂੰ ਤੇ ਉਹਨਾਂ ਨੂੰ ਨੀਂਦ ਨਾ ਆਵੇ, ਭਗਤ ਜੀ ਆਪ ਹੀ ਕਹਿੰਦੇ ਆ, ਅੱਜ ਨਾ ਸੁੱਤੀ ਕੰਤ ਸਿਉ। ਅੱਜ ਹੀ ਕਹਿੰਦੇ ਮੈਂ ਆਪਦੇ ਕੰਤ ਨੂੰ ਯਾਦ ਨਹੀਂ ਕੀਤਾ। ਕੰਤ ਕਹਿੰਦੇ ਨੇ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਅੰਗ ਮੁੜੇ ਮੁੜ ਜਾਏ, ਮੇਰੇ ਤਾਂ ਅੰਗ ਹੀ ਦੁਖੀ ਜਾਂਦੇ ਆ, ਪੀੜਾ ਬੜੀ ਹੋ ਰਹੀ ਆ ਵੀ ਤੂੰ ਭੁਲਾ ਕਿਵੇਂ ਦਿੱਤਾ ਉਹਨੂੰ ਅੱਜ। ਪਰ ਕਹਿੰਦੇ ਮੈਂ ਹੈਰਾਨ ਹਾਂ, ਹੈਰਾਨ ਆ ਭਗਤ ਜੀ ਕਹਿੰਦੇ ਉਹਨਾਂ ਬੰਦਿਆਂ ਤੇ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਉਹਨਾਂ ਦੀਆਂ ਰਾਤਾਂ ਕਿਵੇਂ ਲੰਘਦੀਆਂ ਨੇ ਜਿਹੜੇ ਕਦੇ ਉਹਨੂੰ ਯਾਦ ਨਹੀਂ ਕਰਦੇ ਮਾਲਕ ਨੂੰ। ਮੈਂ ਤਾਂ ਇੱਕ ਰਾਤ ਹੀ ਨਹੀਂ ਕੀਤਾ, ਇੱਕ ਸ਼ਾਮ ਹੀ ਨਹੀਂ ਕੀਤਾ, ਮੇਰੇ ਤਾਂ ਅੰਗ ਮੁੜੀ ਜਾਂਦੇ ਆ, ਇੰਨਾ ਦੁੱਖ ਮੈਨੂੰ ਹੋ ਰਿਹਾ। ਉਹ ਬੰਦਿਆਂ ਦੀ ਜ਼ਿੰਦਗੀ ਕਿਵੇਂ ਦੀ ਹੋਊਗੀ, ਕਿੰਨੇ ਉਹ ਅੰਦਰੋਂ ਟੁੱਟੇ ਹੋਣਗੇ ਜਿਹੜੇ ਕਦੇ ਤੈਨੂੰ ਯਾਦ ਨਹੀਂ ਕਰਦੇ। ਜਾਏ ਪੁੱਛੋ, ਉਹਨਾਂ ਤੋਂ ਪੁੱਛੋ ਜਾ ਕੇ ਡੋਹਾਗਣੀਆਂ ਨੂੰ, ਜਿਹੜੀਆਂ ਮੰਦੇ ਭਾਗਾਂ ਵਾਲੀਆਂ ਆਤਮਾਵਾਂ ਨੇ, ਰੂਹਾਂ ਨੇ, ਤੁਮ ਕਿਉਂ ਰਹਿਣ ਵਿਹਾਏ, ਤੁਹਾਡੀਆਂ ਰਾਤਾਂ ਕਿਵੇਂ ਲੰਘਦੀਆਂ ਨੇ ਉਹਦੇ ਤੋਂ ਬਿਨਾਂ, ਉਹਦੇ ਪਿਆਰ ਤੋਂ ਬਿਨਾਂ। ਤਾਂ ਐਸੀਆਂ ਗੱਲਾਂ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਜੀ ਜੋ ਕਹਿੰਦੇ ਨੇ ਉਹ ਤੁਸੀਂ ਸੱਚ ਕਰਕੇ ਮੰਨ ਲਓ, ਇਹੀ ਗੁਰੂ ਦੀ ਸੇਵਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੱਜ ਦੇ ਦਿਨ, ਜਿਵੇਂ ਆਪਾਂ ਕਹਿੰਦੇ 7 ਪੋਹ ਹੈ, 6 ਪੋਹ ਆ, ਇਤਿਹਾਸਕਾਰ ਕਹਿੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਕਿਲ੍ਹਾ ਆਨੰਦਪੁਰ ਸਾਹਿਬ ਦਾ ਛੱਡਣਾ ਪਿਆ। ਮਹਾਰਾਜ ਨੇ ਇੱਕ ਬਚਨ ਦਿੱਤਾ ਹੈ, ਕਸਮ ਖਾਣ ਵਾਲੇ ਤੇ ਕਦੇ ਇਤਬਾਰ ਨਾ ਕਰਿਓ। ਉਹਨਾਂ ਦੇ 52 ਬਚਨ ਨੇ, ਕਸਮ ਖਾਣ ਵਾਲਿਆਂ ਤੇ ਕਦੇ ਇਤਬਾਰ ਨਾ ਕਰ ਬੈਠਿਓ, ਕਿਉਂਕਿ ਜੋ ਕਸਮ ਖਾ ਰਿਹਾ ਹੈ ਉਹਦੇ ਲਈ ਉਹਦਾ ਖਾਣਾ ਹੀ ਉਹਦੇ ਝੂਠੇ ਹੋਣ ਦਾ ਸਬੂਤ ਆ। ਉਹ ਖਾ ਹੀ ਤਾਂ ਰਿਹਾ, ਉਹਨੂੰ ਮੂਹਰੇ ਰੱਖ ਰਿਹਾ ਕਿ ਇਹਨੂੰ ਮੈਂ ਪੌੜੀ ਬਣਾ ਕੇ ਬੰਦੇ ਨੂੰ ਠੱਗ ਲਾਂ। ਇੱਦਾਂ ਪਹਾੜੀ ਰਾਜਿਆਂ ਨੇ ਗਾਂ ਦੀਆਂ ਕਸਮਾਂ, ਕੁਰਾਨ ਦੀਆਂ ਕਸਮਾਂ ਖਾਧੀਆਂ ਨੇ। ਔਰੰਗਜ਼ੇਬ ਦੇ ਜਿਹੜੇ ਅਹਿਲਕਾਰ ਸੀ ਉਹਨੇ ਖੁਦ ਕਿ ਤੁਸੀਂ ਕਿਲ੍ਹਾ ਛੱਡ ਕੇ ਬਾਹਰ ਆ ਜਾਓ ਤੇ ਅਸੀਂ ਕੁਝ ਨਹੀਂ ਕਹਿੰਦੇ ਤੁਹਾਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਬਚਨਾਂ ਵਿੱਚ ਲਿਖਿਆ ਕਿ ਔਰੰਗਜ਼ੇਬ ਤੇ ਤੇਰੀਆਂ ਕਸਮਾਂ ਦੀ ਪਤਾ ਹੀ ਨਹੀਂ ਕਿੰਨੀ ਤਰ੍ਹਾਂ ਦੀਆਂ ਨੇ। ਕਸਮ ਤਾਂ ਇੱਕ ਤਰ੍ਹਾਂ ਦੀ ਹੁੰਦੀ ਆ ਜੇ ਹੋਵੇ। ਜੇ ਮਹਾਰਾਜ ਇਤਿਹਾਸਕਾਰ ਕਹਿੰਦੇ ਕਸਮ ਨਾ ਕਹਿੰਦੇ ਵੀ ਅਸੀਂ ਇਤਬਾਰ ਨਹੀਂ ਕਰਦੇ, ਫਿਰ ਉਹਨਾਂ ਕਹਿਣਾ ਸੀ ਕਿ ਸਿੱਖਾਂ ਦੇ ਗੁਰੂ ਨੂੰ ਇਤਬਾਰ ਨਹੀਂ ਮੁਸਲਮਾਨਾਂ ਦੀ ਕੁਰਾਨ ਤੇ, ਕਿ ਉਹਨਾਂ ਨੇ ਤਾਂ ਉਹਦੀ ਸਹੁੰ ਖਾਧੀ ਆ। ਹਿੰਦੂਆਂ ਨੇ ਜਿਹੜੇ ਰਾਜਪੂਤ ਰਾਜੇ ਸੀ ਪਹਾੜੀ, ਇਹਨਾਂ ਨੇ ਗਊ ਦੀ, ਗਾਂ ਦੀ ਖਾਧੀ ਆ ਕਸਮ ਜਿਹੜੀ ਆ। ਤੇ ਫਿਰ ਕਹਿਣਾ ਸੀ ਗੁਰੂ ਨੂੰ ਇਤਬਾਰ ਨਹੀਂ ਸੀ ਹੋਇਆ, ਜੇ ਉਹ ਕਰ ਲੈਂਦੇ ਫਿਰ ਇਦਾਂ ਨਾ ਹੁੰਦਾ, ਫਿਰ ਨਾ ਇਦਾਂ ਕਿਲ੍ਹਾ ਛੱਡਣਾ ਪੈਂਦਾ। ਮਹਾਰਾਜ ਨੇ ਦੱਸਿਆ ਕਿ ਦੇਖੋ ਅਸੀਂ ਇਹ ਸਭ ਕੁਝ ਜਾਣਦੇ ਹੋਏ ਪ੍ਰਤੱਖ ਤੁਹਾਨੂੰ ਦੱਸ ਰਹੇ ਹਾਂ ਕਿ ਕਸਮ ਖਾਣ ਵਾਲਿਆਂ ਬੰਦਿਆਂ ਤੇ ਕਦੇ ਵੀ ਭੁੱਲ ਕੇ ਇਤਬਾਰ ਨਾ ਕਰਨਾ। ਕਸਮ ਖਾਣਾ ਹੀ ਉਹਨਾਂ ਦੀ ਝੂਠੇ ਹੋਣ ਦਾ ਸਬੂਤ ਹੁੰਦਾ। ਕਸਮ ਸਹੁੰ ਜਿਹੜੀ ਆ ਉਹ ਤਾਂ ਇੱਕ ਪੌੜੀ ਹੁੰਦੀ ਆ ਵੀ ਦੂਜੇ ਬੰਦੇ ਨੂੰ ਪਹਿਲਾਂ ਆਪਦੇ ਤੇ ਭਰੋਸਾ ਦਿਵਾ ਦਿਓ, ਫਿਰ ਉਹਦੇ ਪਿੱਛੇ 10 ਲੱਖ ਫੌਜ ਭੇਜ ਕੇ ਤੇ ਉਹਨਾਂ ਦੇ ਪਰਿਵਾਰ ਦੇ ਵਿਛੋੜੇ ਪਾ ਦਿਓ, ਕੁਝ ਨੂੰ ਨੀਹਾਂ 'ਚ ਚਿਣਾ ਦਿਓ, ਕੁਝ ਨੂੰ ਫਿਰ ਜਾ ਕੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰ ਦਿਓ। 10 ਲੱਖ ਬਰਾਇਦ, 10 ਲੱਖ ਫੌਜ ਜਿਹੜੀ ਸੀ ਸਰਸਾ ਨਦੀ ਤੇ ਆ ਕੇ ਉਹ ਘੇਰਾ ਪਾਉਂਦੀ ਆ ਮਹਾਰਾਜ ਨੂੰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ
ਦੀ ਜ਼ਿੰਦਗੀ ਵਿੱਚ ਕਹਿੰਦੇ ਕਿ ਉੱਪਰੋਂ ਦੇਖੀਏ ਤੇ ਸੰਕਟ ਹੀ ਸੰਕਟ ਆ। ਜੰਗਾਂ ਹੀ ਜੰਗਾਂ ਨੇ, 14 ਜੰਗਾਂ ਨੇ ਉਹਨਾਂ ਦੀਆਂ, ਤੇ ਬਹੁਤ ਯੁੱਧ ਹੈ। ਜਿਵੇਂ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ, ਉਛਾਲ ਆਉਂਦਾ, ਜਿੱਦਾਂ ਸਰਸਾ ਦਾ ਪਾਣੀ ਹੜ੍ਹ ਆ ਗਿਆ ਸੀ। ਮਹਾਰਾਜ ਦੀ ਜ਼ਿੰਦਗੀ 'ਚ ਉੱਪਰੋਂ ਦੇਖਣ ਨੂੰ ਲੱਗੂ ਕਿ ਇਹ ਤਾਂ ਇੱਦਾਂ ਹੀ ਆ, ਲੜਦੇ ਹੀ ਰਹੇ, ਜੰਗਾਂ ਹੀ ਕਰਦੇ ਰਹੇ। ਪਰ ਜਦੋਂ ਸਮੁੰਦਰ ਦੇ ਥੱਲੇ ਜਾਈਏ, ਇਤਨੀ ਡੂੰਘਾਈ ਹੁੰਦੀ ਆ, ਇਤਨੀ ਸ਼ਾਂਤੀ ਹੁੰਦੀ ਆ, ਤੇ ਪਤਾ ਲੱਗਦਾ ਉਦੋਂ ਕਿ ਉੱਪਰ ਹੀ ਉੱਪਰ ਲਹਿਰਾਂ ਨੇ, ਥੱਲੇ ਤਾਂ ਆਨੰਦ ਹੀ ਆਨੰਦ ਹੈ। ਇੱਦਾਂ ਦਾ ਮਹਾਰਾਜ ਦਾ ਜੀਵਨ ਆ। ਵੈਸੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਜ਼ਿਆਦਾ ਅਸੀਂ ਵੇਖਦੇ ਹਾਂ ਕਿ ਉਹ ਜੰਗਾਂ ਲੜਦੇ ਰਹੇ, ਭੰਗਾਣੀ ਦੇ ਯੁੱਧ ਵਿੱਚ ਸ਼ਮਸ਼ੀਰ ਫੜ ਕੇ ਖੜੇ ਨੇ। ਇੱਦਾਂ ਉਹਨਾਂ ਦਾ ਵੀਰ ਰਸ ਹੈ। ਚਮਕੌਰ ਦੀ ਗੜੀ ਦੇ ਵਿੱਚ ਪੁੱਤਰਾਂ ਨੂੰ ਤਲਵਾਰ ਦੇ ਕੇ ਆਪਣੀ ਤੋਰ ਰਹੇ ਨੇ, ਤੇ ਇੱਦਾਂ ਦਾ ਆਪਾਂ ਨੂੰ ਉਹਨਾਂ ਦੇ ਦ੍ਰਿਸ਼ ਨਜ਼ਰ ਆਉਂਦੇ ਨੇ। ਪਰ ਉਹਨਾਂ ਦਾ ਜੋ ਅੰਦਰ ਹੈ, ਅੰਦਰ ਉਹਨਾਂ ਦੇ ਜੋ ਆ, ਉਹ ਬੜਾ ਜਿਵੇਂ ਸਮੁੰਦਰ ਡੂੰਘਾ ਹੁੰਦਾ ਹੈ, ਉਹਦੇ ਵਿੱਚ ਸ਼ਾਂਤੀ ਹੁੰਦੀ ਆ, ਟਿਕਾਅ ਹੁੰਦਾ ਹੈ। ਇੱਦਾਂ ਦਾ ਉਹਨਾਂ ਦਾ ਜੀਵਨ ਹੈ। ਤਾਂ ਲਾਲਾ ਦੌਲਤ ਰਾਏ ਨੇ ਇੱਕ ਕਿਤਾਬ ਲਿਖੀ ਸੀ, ਇਹ ਲਾਹੌਰ ਦੇ ਵਿੱਚ ਛਪੀ ਸੀ ਪਹਿਲਾ ਨਾਮ ਇਹਦਾ ਸੀ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਤੇ ਬਾਅਦ ਵਿੱਚ ਇਹ ਪੰਜਾਬੀ 'ਚ ਵੀ ਛਪੀ ਆ। ਕਾਫੀ ਇਹ ਪੜ੍ਹੀ ਆ ਵਿਦਵਾਨਾਂ ਨੇ। ਮਹਾਬਲੀ ਗੁਰੂ ਗੋਬਿੰਦ ਸਿੰਘ ਪਹਿਲਾਂ ਉਰਦੂ 'ਚ ਹੀ ਸੀ, ਫਿਰ ਉਹ ਕਹਿੰਦੇ ਸੋਹਣੀ ਇੰਨੀ ਆ ਇਹਨੂੰ ਪੰਜਾਬੀ 'ਚ ਜ਼ਰੂਰ ਛਾਪੀਏ, ਉਰਦੂ ਹਰ ਬੰਦਾ ਪੜ੍ਹ ਨਹੀਂ ਸਕਦਾ। ਉਹਦੇ ਵਿੱਚ ਲਾਲਾ ਦੌਲਤ ਰਾਏ ਦੀ ਇਹ ਕਿਤਾਬ ਆ, ਤੇ ਇੱਕ ਹਿੰਦੂ ਵੀਰ ਗੁਰੂ ਗੋਬਿੰਦ ਸਿੰਘ ਜੀ ਬਾਰੇ, ਮਹਾਰਾਜ ਬਾਰੇ ਲਿਖਦਾ ਹੈ, ਜਾਂ ਮੁਸਲਮਾਨਾਂ ਨੇ ਵੀ ਲਿਖਿਆ ਹੈ। ਜਿਵੇਂ ਅੱਲਾ ਯਾਰ ਖਾਂ ਜੋਗੀ ਹੈ, ਤੇ ਉਹਨੇ ਵੀ ਲਿਖਿਆ ਹੈ ਕਿ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ वो ਕਮ ਹੈ। ਭਾਵ ਤੁਸੀਂ ਜਿੰਨਾ ਮਰਜ਼ੀ ਲਿਖੀ ਚੱਲੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ, ਉਹ ਥੋੜ੍ਹਾ ਹੀ ਤੁਹਾਨੂੰ ਲੱਗੀ ਜਾਣਾ। ਤੁਸੀਂ 2 ਕਾਪੀਆਂ ਭਰਤੀਆਂ, ਤੁਸੀਂ ਕਹਿਣਾ ਨਹੀਂ ਇਹ ਤਾਂ ਥੋੜ੍ਹੀਆਂ ਹੀ ਨੇ। ਤਾਂ ਸ਼ਾਹ ਮੁਹੰਮਦ ਲਤੀਫ ਵੀ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੈਂ ਪਰੇਸ਼ਾਨ ਹਾਂ, ਹੈਰਾਨ ਹਾਂ ਕਿ ਮੈਂ ਤੁਹਾਡੇ ਬਾਰੇ ਲਿਖਣ ਬੈਠਦਾ, ਲਿਖਿਆ ਹੀ ਨਹੀਂ ਜਾਂਦਾ ਹੈ। ਕਦੇ ਕਦੇ ਕਹਿੰਦੇ ਤੁਸੀਂ ਯਮੁਨਾ ਦੇ ਤੱਟ ਤੇ ਬਹਿ ਕੇ ਨਾ ਬਾਣੀ ਲਿਖ ਰਹੇ ਹੁੰਦੇ ਆ, ਲਿਖਾ ਰਹੇ ਹੁੰਦੇ ਆ, ਬਾਣੀ ਗਾ ਰਹੇ ਹੁੰਦੇ ਆ, ਉਦੋਂ ਲੱਗਦਾ ਵੀ ਤੁਸੀਂ ਕਵੀ ਹੋ। ਸ਼ਾਹ ਮੁਹੰਮਦ ਲਤੀਫ ਲਿਖਦਾ, ਉਦੋਂ ਕਹਿੰਦਾ ਮੈਨੂੰ ਲੱਗਦਾ ਵੀ ਤੁਸੀਂ ਤਾਂ ਕਵੀ ਹੋ ਕੋਈ, ਅਕਾਲ ਉਸਤਤ ਤੁਹਾਡੀ ਬਾਣੀ ਆ, ਜਾਪ ਸਾਹਿਬ ਤੁਹਾਡੀ ਬਾਣੀ ਆ, ਕਿੰਨੀਆਂ ਸੋਹਣੀਆਂ ਬਾਣੀਆਂ ਨੇ, ਤੇ ਇਹ ਲੱਗਦਾ ਵੀ ਤੁਸੀਂ ਕਵੀ ਹੋ। ਕਵਿਓ ਬਾਚ, ਆਪ ਦੇ ਆਪ ਨੂੰ ਵੀ ਕਵੀ ਕਹਿੰਦੇ ਨੇ ਮਹਾਰਾਜ। ਕਵਿਓ ਬਾਚ ਬੇਨਤੀ, ਕਵੀ ਬੋਲ ਰਿਹਾ ਹੈ, ਕਵੀ ਬਾਚ ਰਿਹਾ ਹੈ, ਕਵੀ ਕਹਿੰਦੇ ਨੇ ਮਹਾਰਾਜ ਆਪਦੇ ਆਪ ਨੂੰ। ਤਾਂ ਸ਼ਾਹ ਮੁਹੰਮਦ ਲਤੀਫ ਕਹਿੰਦਾ ਇਹ ਚੌਪਈ ਸਾਹਿਬ, ਇਹ ਸਵਈਏ, ਇਹ ਅਕਾਲ ਉਸਤਤ, ਇਹ ਜਾਪ ਸਾਹਿਬ, ਇਹ ਦਸਮ ਬਾਣੀ, ਲੱਗਦਾ ਵੀ ਤੁਸੀਂ ਕੋਈ ਕਵੀ ਹੋ, ਯਮੁਨਾ ਦੇ ਤੱਟ ਤੇ ਬਹਿ ਕੇ ਲਿਖਦੇ ਹੋ। ਫਿਰ ਕਹਿੰਦੇ ਨਹੀਂ ਇਕੱਲੇ ਕਵੀ ਨਹੀਂ ਤੁਸੀਂ, ਭੰਗਾਣੀ ਦੇ ਯੁੱਧ ਵਿੱਚ ਸ਼ਮਸ਼ੀਰ ਫੜੀ ਹੋਈ ਆ, ਹਰੀ ਚੰਦ ਹਡੂਰੇ ਨੂੰ ਕਹਿ ਰਹੇ ਹੁੰਦੇ ਆ, ਲੈ ਇੱਕ ਵਾਰ ਤੂੰ ਹੋਰ ਕਰ ਲਾ, ਇੱਕ ਵਾਰ ਹੋਰ ਕਰ ਲਾ। ਕਹਿੰਦਾ ਉਦੋਂ ਲੱਗਦਾ ਵੀ ਤੁਹਾਡੇ ਵਰਗਾ ਕੋਈ ਯੋਧਾ ਵੀ ਹੈ ਨਹੀਂਗਾ, ਕਵੀ ਵੀ ਤੁਹਾਡੇ ਵਰਗਾ ਕੋਈ ਨਹੀਂ। ਕਵੀ ਬਹੁਤ ਨੇ, ਕਵੀ ਤਾਂ ਤੁਹਾਡੇ ਦਰਬਾਰ 'ਚ ਹੀ 52 ਹੈਗੇ ਨੇ, ਪਰ ਤੁਹਾਡੇ ਜੈਸਾ ਕੋਈ ਨਹੀਂ। ਤਾਂ ਇੱਦਾਂ ਯੋਧਾ ਵੀ ਤੁਹਾਡੇ ਵਰਗਾ ਕੋਈ ਨਹੀਂ ਹੈਗਾ। ਫਿਰ ਕਹਿੰਦੇ ਕਿ ਬਹੁਤ ਸੋਹਣਾ ਤੁਹਾਡਾ ਦਰਬਾਰ ਸਜਦਾ ਹੈ, ਕਲਗੀ ਲੱਗੀ ਹੁੰਦੀ ਆ, ਦਸਤਾਰ ਸਜੀ ਹੁੰਦੀ ਆ, ਸੰਗਤਾਂ ਹੱਥ ਜੋੜ ਕੇ ਖੜੀਆਂ ਹੁੰਦੀਆਂ ਨੇ, ਲੱਗਦਾ ਵੀ ਤੁਸੀਂ ਤਾਂ ਦਾਤੇ ਹੋ। ਹਮ ਭੀਖਕ ਭਿਖਾਰੀ ਤੇਰੇ, ਤੇ ਅਸੀਂ ਤੇਰੇ ਭਿਖਾਰੀ ਹਾਂ। ਇੱਕ ਮੁਸਲਮਾਨ ਨੇ ਇੱਦਾਂ ਲਿਖਿਆ ਮਹਾਰਾਜ ਦੀ। ਕੋਈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਮੁਸਲਮਾਨ ਇੱਦਾਂ ਦੇ ਹੁੰਦੇ ਆ, ਉਹ ਤਾਂ ਜਿਨ੍ਹਾਂ ਦੇ ਮਾੜੇ ਖਿਆਲ ਹੁੰਦੇ ਆ। ਕੋਈ ਮੁਸਲਮਾਨ ਮਾੜਾ ਨਹੀਂ ਹੁੰਦਾ, ਉਹ ਤਾਂ ਜਿਨ੍ਹਾਂ ਦੀ ਮਾੜੀ ਸੋਚ ਆ। ਕਈ ਸਿੱਖਾਂ ਦੇ ਘਰ ਵਿੱਚ ਲੈ ਕੇ ਜਨਮ ਉੱਦਾਂ ਦੇ ਹੋ ਗਏ ਨੇ। ਗੱਲ ਤਾਂ ਸਾਰੀ ਸੰਗਤ ਦੀ ਹੁੰਦੀ ਆ। ਮੁਸਲਮਾਨ ਵੀ ਮੋਮ ਦਿਲ ਹੁੰਦੇ ਨੇ। ਤਾਂ ਉਹ ਲਿਖਦਾ ਵੀ ਉਦੋਂ ਤੁਸੀਂ ਮੈਨੂੰ ਲੱਗਦਾ ਵੀ ਦਾਤੇ ਹੋ ਕੋਈ, ਤੁਸੀਂ ਤਾਂ ਬਾਦਸ਼ਾਹ ਹੋ, ਤੇ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹੋ, ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਹੋ।
ਤੁਹਾਡੇ ਦਰਬਾਰ ਵਿੱਚ ਕੀਰਤਨ ਹੁੰਦਾ ਹੈ, ਨਗਾਰੇ ਵੱਜਦੇ ਨੇ, ਲੋਕ ਹੱਥ ਜੋੜ ਕੇ ਖੜੇ ਹੁੰਦੇ ਨੇ। ਕਿੰਨੀਆਂ ਭੇਟਾਵਾਂ ਇੱਕ ਰਾਜੇ ਨੂੰ ਵੀ ਨਹੀਂ ਦੇ ਸਕਦਾ ਕੋਈ, ਤੁਹਾਨੂੰ ਮਿਲਦੀਆਂ ਨੇ। ਕਹਿੰਦਾ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਹੋ। ਫਿਰ ਉਹ ਕਹਿੰਦਾ ਦਾਤੇ ਹੋ। ਕਹਿੰਦਾ ਜਦੋਂ ਅਗਲੇ ਪਲ ਮੈਂ ਦੇਖਦਾ, ਕੇਸਗੜ੍ਹ ਸਾਹਿਬ ਦੀ ਘਟਨਾ ਹੈ ਇਹ, ਅਨੰਦਪੁਰ ਸਾਹਿਬ ਦੀ, ਤੇ ਕਹਿੰਦੇ ਉੱਥੇ 5 ਸਿੰਘਾਂ ਦੇ ਕੋਲ ਭਿਖਾਰੀਆਂ ਵਾਂਗ ਹੱਥ ਅੱਡੇ ਹੁੰਦੇ ਨੇ। ਕਹਿੰਦੇ ਉਹ ਆ ਮੈਨੂੰ ਵੀ ਅੰਮ੍ਰਿਤ ਦਾ ਬਾਟਾ ਛਕਾ ਦਿਓ। ਉਦੋਂ ਕਹਿੰਦੇ ਤੁਸੀਂ ਚੇਲੇ ਲੱਗਦੇ ਹੋ, ਉਦੋਂ ਇਉਂ ਲੱਗਦੇ ਹੋ ਵੀ ਹੁਣ ਤੁਸੀਂ ਗੁਰੂ ਨਹੀਂ ਹੈਗੇ, ਤੇ ਤੁਹਾਡੇ ਵਰਗਾ ਗੁਰੂ ਵੀ ਕੋਈ ਨਹੀਂ, ਭਾਵ ਤੁਹਾਡੇ ਵਰਗਾ ਚੇਲਾ ਵੀ ਨਹੀਂ ਕੋਈ। ਇੱਦਾਂ ਦੇ ਤੁਹਾਡੇ ਮੈਂ ਰੂਪ ਹੋ। ਕਹਿੰਦਾ ਮੈਂ ਕੀ ਲਿਖਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ, ਕੀ ਲਿਖਾਂ। ਕਵੀ ਤੁਹਾਡੇ ਵਰਗਾ ਕੋਈ ਨਹੀਂ, ਯੋਧਾ ਤੁਹਾਡੇ ਵਰਗਾ ਕੋਈ ਨਹੀਂ, ਲਿਖਾਰੀ ਤੁਹਾਡੇ ਵਰਗਾ ਕੋਈ ਨਹੀਂ, ਰਾਜਾ ਤੁਹਾਡੇ ਵਰਗਾ ਕੋਈ ਨਹੀਂ, ਭਿਖਾਰੀ ਤੁਹਾਡੇ ਵਰਗਾ ਕੋਈ ਨਹੀਂ। ਇੱਦਾਂ ਮੰਗਣਾ ਭਾਵ ਕੀ, ਚੇਲਾ ਤੁਹਾਡੇ ਵਰਗਾ ਕੋਈ ਨਹੀਂ, ਦੇਣ ਵਾਲਾ ਤੁਹਾਡੇ ਵਰਗਾ ਕੋਈ ਨਹੀਂ। ਇੱਦਾਂ ਦਾ ਉਹ ਮਤਲਬ ਉਹ ਰਾਈਟਰ ਨੇ ਲਿਖਿਆ। ਇਹ ਮੈਂ ਕਹਿਣਾ ਦਰਅਸਲ ਇਹ ਚਾਹ ਰਿਹਾ ਕਿ ਮਹਾਰਾਜ ਬਾਰੇ ਬਸ ਦਾ ਕਾਗਜ਼ ਜਿਉਂ ਕਰੋ, ਹਰ ਜਸ ਲਿਖਣ ਨਾ ਜਾਏ। ਸਾਰੀ ਧਰਤੀ ਨੂੰ ਕਾਗਜ਼ ਬਣਾ ਲਓ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਓ, ਸਾਰੇ ਦਰਖਤਾਂ ਨੂੰ ਵੱਢ ਕੇ ਕਲਮਾਂ ਬਣਾ ਲਓ, ਸਮੁੰਦਰ ਨੂੰ ਸ਼ਾਹੀ ਬਣਾ ਲਓ। ਇਹ ਹੋ ਨਹੀਂ ਨਾ ਸਕਦਾ, ਪਰ ਜੇ ਕਿਤੇ ਹੋ ਜਾਵੇ, ਜੇ ਕਿਤੇ ਹੋ ਜਾਵੇ ਤਾਂ ਵੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੇਰੀ ਇਹ ਸੋਭਾ ਲਿਖੀ ਨਹੀਂ ਜਾ ਸਕਦੀ। ਨਾ ਤਾਂ ਇਸ਼ਾਰਿਆਂ ਕਰਕੇ ਤੇਰੀ ਸੋਭਾ ਹੋ ਸਕਦੀ ਹੈ, ਇਹੀ ਭਾਸ਼ਾ ਹੈ, ਨਾ ਲਿਖ ਕੇ ਹੋ ਸਕਦੀ ਆ, ਨਾ ਬੋਲ ਕੇ ਕਹੀ ਜਾ ਸਕਦੀ ਆ, ਕਿਉਂਕਿ ਹਰ ਹਰ ਕਥਾ ਨਿਰਾਲੀ ਅਕਥ ਕਥਾ ਹੈ, ਅਕਥ ਕਹਾਣੀ ਪ੍ਰੇਮ ਕੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਉਹ ਜਿਗਰਾ ਦਿੱਤਾ ਹੈ। ਪਟਨਾ ਸ਼ਹਿਰ ਬਿਖੈ ਭਵ ਲਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੀ ਧਰਤੀ ਤੇ ਅਵਤਾਰ ਧਾਰਦੇ ਨੇ। ਉਸ ਤੋਂ ਬਾਅਦ ਆ 42 ਕੁ ਸਾਲ ਦੀ ਉਮਰ ਵਿੱਚ ਵਿਦਵਾਨ ਕਹਿੰਦੇ ਅਸੀਂ ਤਾਂ ਇਹ ਸੋਚ ਕੇ ਹੀ ਹੈਰਾਨ ਹੋ ਜਾਂਦੇ ਹਾਂ, ਕੋਈ ਇਤਨਾ ਕੁਝ ਕਰ ਕਿੱਦਾਂ ਗਿਆ। ਭਾਵ ਕਿ ਇਹ ਚੀਜ਼ ਸੋਚ ਖਤਮ ਹੋ ਜਾਂਦੀ ਉੱਥੇ ਜਾ ਕੇ। ਜਿਵੇਂ ਆਪਾਂ ਕਹਿੰਦੇ ਹਾਂ ਕਿ 1 ਸਕਿੰਟ ਵਿੱਚ ਬੰਦਾ ਇੰਨਾ ਕੁਝ ਹੀ ਕਰ ਸਕਦਾ, 1 ਮਿੰਟ ਵਿੱਚ ਬੰਦਾ ਆਪਾਂ ਕਹਿੰਦੇ ਇੰਨਾ ਹੀ ਭੱਜ ਸਕਦਾ। ਜਿਵੇਂ ਆ ਭੱਜਦੇ ਨੇ ਦੌੜਾਕ, ਆਪਾਂ ਕਹਿੰਦੇ ਕਿ ਇਹ ਰਿਕਾਰਡ ਇੰਨਾ ਹੀ ਆ, ਇਦੋਂ ਗਾਂ ਨਹੀਂ ਕੁਝ ਹੋਣਾ। ਤੇ 1 ਕਿਲੋਮੀਟਰ ਇੰਨੇ 'ਚ ਕੋਈ ਵੱਧ ਤੋਂ ਵੱਧ ਭੱਜ ਸਕਦਾ, ਇਦੋਂ ਉੱਪਰ ਕੁਝ ਨਹੀਂ। ਤੇ ਮਹਾਰਾਜ ਨੇ ਉਹ ਸਾਰੀਆਂ ਚੀਜ਼ਾਂ ਨੂੰ ਕਰਕੇ ਦਿਖਾਇਆ। ਕਹਿੰਦੇ ਹੁੰਦੇ ਸੀਗੇ ਆਪਦੇ ਪੁੱਤਾਂ ਨੂੰ, ਕੋਈ ਬਹੁਤ ਪਿਆਰੇ ਹੁੰਦੇ ਆ ਪੁੱਤ, ਸਭ ਤੋਂ ਨੇੜੇ ਬੰਦੇ ਦੇ ਕੀ ਆ, ਉਹਦੀ ਔਲਾਦ ਹੀ ਹੁੰਦੀ ਆ। ਉਹਨਾਂ ਨੂੰ ਮਤਲਬ ਜੰਗ ਵਿੱਚ ਭੇਜਣਾ ਇੱਦਾਂ, ਤੇ ਆਪ ਹੀ ਉੱਪਰੋਂ ਖੜ ਕੇ ਗੜੀ 'ਚੋਂ ਤੱਕਣਾ। ਇਹਦੇ ਲਈ ਮਹਾਰਾਜ ਨੇ ਆਖਿਆ ਸੀ ਜਿੱਦਾਂ ਮੇਰਾ ਦਿਲ ਆ, ਇੰਨੇ ਸੰਕਟ ਨਹੀਂ ਤੁਹਾਨੂੰ ਆਉਣਗੇ। ਦਰਅਸਲ ਇਹ ਤਾਂ ਹੀ ਮਹਾਰਾਜ ਨੂੰ ਕੋਈ ਫਰਕ ਨਹੀਂ ਇਹਨਾਂ ਚੀਜ਼ਾਂ ਨਾਲ, ਪਰ ਉਹ ਸਾਨੂੰ ਸਿਖਾ ਕੇ ਗਏ ਨੇ। ਕਹਿੰਦੇ ਇਦੋਂ ਇੰਨੀਆਂ ਸਮੱਸਿਆਵਾਂ ਤੁਹਾਨੂੰ ਨਹੀਂ ਆਉਣਗੀਆਂ ਕਦੇ। ਸਿੱਧੀ ਸਿੱਧੀ ਗੱਲ ਇਹ ਹੈ ਕਿ ਸਾਨੂੰ ਬਹੁਤ ਮੁਸ਼ਕਿਲਾਂ ਆ ਜਾਣਗੀਆਂ। ਵੱਧ ਤੋਂ ਵੱਧ ਕੀ ਹੋ ਜੂ, ਸਾਡੀ ਨੌਕਰੀ ਨਾ ਲੱਗੂਗੀ। ਵੱਧ ਤੋਂ ਵੱਧ ਕੀ ਹੋ ਜਾਏਗਾ ਗੁਰਸਿੱਖ ਪਿਆਰਿਓ, ਕਿ ਵੱਧ ਤੋਂ ਵੱਧ ਸਾਡੀ ਨੌਕਰੀ ਨਹੀਂ ਲੱਗੇਗੀ, ਤੇ ਵੱਧ ਤੋਂ ਵੱਧ ਅਸੀਂ ਕੀ ਪੈਸੇ ਕਰਕੇ ਪਿੱਛੇ ਹੋ ਜਾਾਂਗੇ, ਤੇ ਵੱਧ ਤੋਂ ਵੱਧ ਕੀ ਹੋ ਜੂ, ਬਿਮਾਰ ਹੋ ਜਾਾਂਗੇ। ਤੇ ਇਦੋਂ ਵੱਧ ਕੀ ਹੋ ਜਾਊਗਾ ਕਿ ਕੋਈ ਸਾਨੂੰ ਧੋਖਾ ਦੇ ਜੂਗਾ, ਪਰਿਵਾਰ ਦਾ ਮੈਂਬਰ ਜਾਂ ਕੋਈ ਭਰਾ ਦੀ ਲੜਾਈ ਹੋ ਜੂਗੀ। ਪਰ ਇਦੋਂ ਜੋ ਮਹਾਰਾਜ ਨਾਲ ਹੋਇਆ ਹੈ, ਜਦੋਂ ਉਹਨੂੰ ਪੜ੍ਹਦੇ ਹਾਂ ਆਪਾਂ ਕਹਿੰਦੇ ਸਾਡੀਆਂ ਮੁਸ਼ਕਿਲਾਂ ਇਹ ਤਾਂ ਜੀ ਜ਼ੀਰੋ ਹੀ ਆ। ਬਸ ਮੈਂ ਕਹਾਂਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਿੰਦਗੀ ਵਿੱਚ ਜੋ ਆਇਆ, ਮੋੜ ਆਏ ਨੇ 42 ਸਾਲ ਦੀ ਉਮਰ ਤੱਕ, ਜੋ ਮੋੜੋਂ ਮੁੜੇ ਨੇ, ਤੇ ਕਦੇ ਚਮਕੌਰ ਸਾਹਿਬ ਵਾਲਾ ਤੇ ਕਦੇ ਸਰਹੰਦ ਦੀਆਂ ਦੀਵਾਰਾਂ ਵਾਲੇ, ਤੇ ਉਹਦੇ ਸਾਹਮਣੇ ਤਾਂ ਸਾਡੀਆਂ ਸਮੱਸਿਆਵਾਂ ਬਿਲਕੁਲ ਜ਼ੀਰੋ ਨੇ। ਤੇ ਗੁਰੂ ਨੂੰ ਪੜ੍ਹ ਕੇ ਇਉਂ ਲੱਗਦਾ ਹੌਸਲਾ ਪੈਦਾ ਹੁੰਦਾ, ਲੈ ਅਸੀਂ ਸਾਡੀ ਮੁਸ਼ਕਿਲ ਤਾਂ ਕੁਝ ਵੀ ਨਹੀਂ। ਗੁਰੂ ਸਾਹਿਬ ਜੀ ਤੁਸੀਂ ਤਾਂ ਏਡੀਆਂ ਵੱਡੀਆਂ ਮੁਸ਼ਕਿਲਾਂ 10 ਲੱਖ ਜਿਹੜੀ ਫੌਜ ਆ ਉਹਦੇ ਨਾਲ ਮੁਕਾਬਲਾ ਕਰਵਾ ਦਿੱਤਾ। ਚਿੜੀਓਂ ਸੇ ਮੈਂ ਬਾਜ ਲੜਾਊਂ, ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਭਾਵੇਂ ਕਿ ਉਹ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ 40 ਮੁਕਤੇ,
ਭਾਵੇਂ ਦੇਖੋ ਉਦੋਂ ਜਿਹੜਾ ਵੇਲਾ ਸੀ ਉਹ ਵੀ ਰਜਾ ਵਿੱਚ ਸੀ। ਕਿਹਾ ਜਾਂਦਾ ਵੀ 100 ਜਾਣਿਆਂ ਨੇ ਤਿਆਰੀ ਕੀਤੀ, 100 ਸਿੰਘਾਂ ਨੇ ਕਿ ਕਿਲ੍ਹਾ ਛੱਡ ਦੇਣਾ। ਮਹਾਰਾਜ ਕਹਿੰਦੇ ਫਿਰ ਠੀਕ ਹੈ, ਮੈਨੂੰ ਲਿਖਤੀ ਰੂਪ 'ਚ ਦੇ ਦਿਓ। ਪਹਿਲਾਂ 100 ਦਾ ਪੂਰਾ ਮਨ ਸੀਗਾ ਵੀ ਅਸੀਂ ਚਲੇ ਜਾਣਾ, ਪਰ 60 ਦਾ ਜਿਹੜਾ ਮਨ ਸੀ ਬਦਲ ਗਿਆ ਸੀ। ਕਹਿੰਦੇ ਨਹੀਂ ਨਹੀਂ, ਲਿਖਿਆ ਨਹੀਂ ਸਾਡੇ ਤੋਂ ਜਾਣਾ। ਭਾਵ ਕਿ ਤਾਂ ਹੀ ਕਹਿੰਦੇ ਨਾ ਵੀ ਜਿਹੜੇ ਲੇਖਕ ਹੁੰਦੇ ਨੇ ਉਹ ਆਪਦੇ ਭਾਵਾਂ ਨੂੰ ਲਿਖ ਕੇ ਪ੍ਰਗਟ ਜਦੋਂ ਕਰਦੇ ਆ ਉਹਦੇ ਨਾਲ ਭਾਵੁਕਤਾ ਆਉਂਦੀ ਆ। ਉਹ ਕਹਿੰਦੇ ਨਹੀਂ, ਵੈਸੇ ਅਸੀਂ ਕਹਿ ਦਿੱਤਾ, ਜੇ ਸਾਨੂੰ ਕਹੋਗੇ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਤੇ ਉਹਦੇ ਥੱਲੇ ਸਾਈਨ ਕਰਨੇ ਅਸੀਂ ਕਾਗਜ਼ ਥੱਲੇ, ਇਹ ਨਹੀਂ ਸਾਡੇ ਤੋਂ ਹੋਣੇ। ਤਾਂ ਇੱਦਾਂ ਦਾ ਵੇਲਾ ਆਇਆ, ਉਹ 40 ਵੀ ਚਲੇ ਗਏ। ਉਹ ਵੀ ਕਾਹਦੇ ਗਏ ਨੇ, ਭਾਵੇਂ ਗਏ ਸੀ ਪਰ ਉਹ ਮੁੜ ਆਏ ਸੀ। ਉਹ ਜਿਹੜੇ ਉਦੋਂ ਦੇ ਮੁਕਤੇ ਸੀ ਨਾ, ਤੇ ਉਹ ਤਾਂ ਮੁਕਤਸਰ ਦੀ ਧਰਤੀ ਖਿਦਰਾਣੇ ਦੀ ਢਾਬ ਸੀ ਪਹਿਲਾ ਨਾਮ, ਤੇ ਉਹ ਤਾਂ ਮੁਕਤ ਹੋ ਗਏ। ਹੁਣ ਵਾਲਾ ਸਿੱਖ ਜਦੋਂ ਬੇਦਾਵਾ ਦੇ ਕੇ ਜਾਂਦਾ ਹੈ ਉਹ ਨਹੀਂ ਮੁੜਦਾ, ਉਹ ਤਾਂ ਮੁੜ ਆਏ ਸੀ ਪਿਆਰਿਓ। ਉਹ ਤਾਂ 40 ਮੁਕਤੇ ਕਹਾਏ, ਮਹਾਰਾਜ ਦਾ ਉਹਨਾਂ ਨੇ ਸਾਥ ਦਿੱਤਾ। ਪਰ ਹੁਣ ਜਦੋਂ ਸਿੱਖ ਬੇਦਾਵਾ ਦੇ ਜਾਂਦਾ ਮਹਾਰਾਜ ਨੂੰ, ਭਾਵੇਂ ਉਹ ਖੀਸੇ 'ਚ ਹੀ ਪਾਈ ਫਿਰਦੇ ਰਹਿੰਦੇ ਆ ਸੱਚੇ ਪਾਤਸ਼ਾਹ, ਪਰ ਹੁਣ ਵਾਲਾ ਸਿੱਖ ਨਹੀਂ ਮੁੜਦਾ, ਬਹੁਤ ਔਖਾ ਹੈ। ਤਾਂ ਕਹਿਣ ਦਾ ਭਾਵ ਮੇਰੇ ਇਹ ਹੈ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ, ਲਾਲਾ ਦੌਲਤ ਰਾਏ ਜੀ, ਜਿਨ੍ਹਾਂ ਦੀ ਆਪਾਂ ਗੱਲ ਕੀਤੀ। ਕਹਿੰਦੇ ਜਦੋਂ ਰੱਬ ਜੀ ਨੇ ਸਾਰੀ ਸ਼ਕਤੀ ਇਕੱਠੀ ਕੀਤੀ ਆ, ਈਸ਼ਵਰ ਨੇ ਜਦੋਂ ਦੁਨੀਆ ਦੀ ਸਾਰੀ ਸ਼ਕਤੀ ਇਕੱਠੀ ਕੀਤੀ ਆ, ਰੱਬ ਜੀ ਨੇ ਜਦੋਂ ਦੁਨੀਆ ਦੀ ਸਾਰੀ ਸਿਆਣਪ ਇਕੱਠੀ ਕੀਤੀ ਆ, ਰੱਬ ਜੀ ਨੇ ਜਦੋਂ ਸਾਰੀ ਦੁਨੀਆ ਦਾ ਸੁਹੱਪਣ ਇਕੱਠਾ ਕੀਤਾ, ਸੁੰਦਰਤਾ ਇਕੱਠੀ ਕੀਤੀ ਆ, ਰੱਬ ਜੀ ਨੇ ਜਦੋਂ ਸਾਰੀ ਦੁਨੀਆ ਦਾ ਰਸ ਇਕੱਠਾ ਕੀਤਾ, ਇਹਨਾਂ ਸਾਰਿਆਂ ਨੂੰ ਇੱਕ ਬਰਤਨ 'ਚ ਪਾ ਕੇ ਗੁੰਨਿਆ ਹੈ, ਉਹਦੇ ਤੋਂ ਜਿਹੜਾ ਮੁਜੱਸਮਾ ਬਣਿਆ, ਬਸ ਉਸੇ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਉਹੀ ਕਲਗੀਆਂ ਵਾਲਾ ਹੈ, ਇਹਨੂੰ ਕਹਿੰਦੇ ਨੇ। ਤਾਂ ਭਾਵ ਮਹਾਰਾਜ ਕਿੰਨੇ ਸੋਹਣੇ ਨੇ, ਦੁਨੀਆ ਦੀ ਸਾਰੀ ਸੁਹੱਪਣ, ਸਾਰੀ ਸੁੰਦਰਤਾ ਇਕੱਠੀ ਕਰ ਦਿਓ, ਮਹਾਰਾਜ ਦਾ ਇੰਨਾ ਸੋਹਣਾ ਚਿਹਰਾ ਹੈ। ਦੁਨੀਆ ਦੀ ਸਾਰੀ ਸਿਆਣਪ ਇਕੱਠੀ ਕਰ ਦਿਓ, ਮਹਾਰਾਜ ਜੀ ਇੰਨੇ ਸਿਆਣੇ ਨੇ। ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ, ਦੁਨੀਆ ਦੀ ਸਾਰੀ ਸ਼ਕਤੀ ਇਕੱਠੀ ਕਰ ਦਿਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਇੰਨੀ ਸ਼ਕਤੀ ਹੈ, ਇੰਨੇ ਪਿਆਰੇ ਨੇ ਮਹਾਰਾਜ। ਸਾਰਾ ਪਿਆਰ ਇਕੱਠਾ ਕਰ ਦਿਓ ਦੁਨੀਆ ਦਾ, ਇੰਨਾ ਮਹਾਰਾਜ ਵਿੱਚ ਪਿਆਰ ਹੈ। ਭਾਈ ਨੰਦ ਲਾਲ ਜੀ ਦੇ ਨਾਲ ਤੇ ਕੁਝ ਹੋਰ ਸਾਥੀ ਸਨ, ਜਾ ਰਹੇ ਸੀ। ਅੱਗੇ ਵੀ ਤੁਹਾਨੂੰ ਇੱਕ ਵਾਰ ਦੋ ਵਾਰ ਸਾਖੀ ਸੁਣਾਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਨਦੀ ਤੇ ਜਾ ਕੇ ਖੜ ਜਾਂਦੇ ਨੇ, ਤੇ ਉਹਦੇ ਵਿੱਚ ਇੱਕ ਪੱਥਰ ਚੱਕ ਕੇ ਸੁੱਟਦੇ ਨੇ। ਕਹਿੰਦੇ ਨੇ, ਸਿੰਘੋ ਪੱਥਰ ਕਿਉਂ ਡੁੱਬ ਗਿਆ ਹੈ? ਨਦੀ ਵਿੱਚ ਪੱਥਰ ਚੁੱਕ ਕੇ ਸੁੱਟਿਆ, ਪੱਥਰ ਨੇ ਤਾਂ ਡੁੱਬਣਾ ਹੀ ਹੁੰਦਾ, ਉਹਦਾ ਸੁਭਾਅ ਹੀ ਉਦਾਂ ਦਾ ਹੁੰਦਾ। ਸਿੰਘ ਕਹਿੰਦੇ, ਮਹਾਰਾਜ ਜੀ ਪੱਥਰ ਆਏ ਤਾਂ ਪੱਥਰ ਨੇ ਤਾਂ ਡੁੱਬ ਹੀ ਜਾਣਾ ਸੀ, ਤਰਨਾ ਥੋੜੀ ਸੀ। ਪੱਥਰ ਡੁੱਬ ਜਾਂਦਾ, ਪੱਥਰ ਭਾਰਾ ਹੁੰਦਾ, ਪਾਣੀ 'ਚ ਡੁੱਬ ਜਾਂਦਾ ਹੈ। ਮਹਾਰਾਜ ਕੁਝ ਨਹੀਂ ਬੋਲੇ। ਫਿਰ ਇੱਕ ਪੱਥਰ ਚੁੱਕਿਆ ਉਹਨਾਂ ਨੇ ਤੇ ਉਹ ਸੁੱਟਿਆ। ਕਹਿੰਦੇ, ਹੁਣ ਦੱਸੋ ਹੁਣ ਕਿਉਂ ਡੁੱਬ ਗਿਆ? ਉਹੀ ਜਵਾਬ ਦਿੱਤਾ ਸਿੰਘਾਂ ਨੇ, ਕਹਿੰਦੇ ਖਾਲਸੇ ਨੇ, ਮਹਾਰਾਜ ਪੱਥਰ ਹੈ ਤੇ ਡੁੱਬ ਹੀ ਜਾਣਾ ਇਹਨੇ। ਤੀਜੀ ਵਾਰੀ ਫਿਰ ਸੁੱਟਿਆ ਮਹਾਰਾਜ। ਕਹਿੰਦੇ, ਹੁਣ ਕਿਸੇ ਨੇ ਨਹੀਂ ਬੋਲਣਾ, ਹੁਣ ਨੰਦ ਲਾਲ ਹੀ ਕਹੂਗਾ, ਹੁਣ ਨਹੀਂ ਕਿਸੇ ਨੇ ਕਹਿਣਾ। ਭਾਈ ਨੰਦ ਲਾਲ ਜੀ ਨੂੰ ਕਹਿੰਦੇ, ਦੱਸੋ ਜੀ ਪੱਥਰ ਕਿਉਂ ਡੁੱਬ ਗਿਆ? ਮਹਾਰਾਜ ਦਾ ਮੁੱਖ ਨਦੀ ਵੱਲ ਆ, ਉਹ ਪਿੱਛੇ ਖੜੇ ਹੋਏ ਨੇ। ਨੰਦ ਲਾਲ ਜੀ ਬੋਲ ਹੀ ਨਹੀਂ ਰਹੇ, ਕਿਉਂਕਿ ਬੋਲਿਆ ਨਹੀਂ ਜਾ ਰਿਹਾ, ਬੋਲਿਆ ਨਹੀਂ ਜਾ ਰਿਹਾ ਉਹਨਾਂ ਤੋਂ। ਮਹਾਰਾਜ ਕਹਿੰਦੇ, ਨੰਦ ਲਾਲ ਜੀ ਬੋਲ ਨਹੀਂ ਰਹੇ। ਫਿਰ ਉਹਨਾਂ ਦਾ ਗਲ ਪੂਰਾ ਭਰਿਆ ਆ ਪਿਆਰ ਦੇ ਨਾਲ, ਪੂਰਾ ਗੱਚ ਵੈਰਾਗ ਨਾਲ। ਕਹਿੰਦੇ, ਮਹਾਰਾਜ ਇਹ ਸਿੰਘਾਂ ਨੂੰ ਲੱਗਦਾ ਪੱਥਰ ਡੁੱਬ ਗਿਆ, ਮੇਰੇ ਭਾਅ ਤਾਂ ਉਹ ਡੁੱਬ ਗਿਆ ਜਿਹੜਾ ਤੁਹਾਡੇ ਹੱਥਾਂ ਵਿੱਚੋਂ ਨਿਕਲ ਕੇ ਛੁੱਟ ਗਿਆ। ਭਾਵ ਕਿ ਜਿਹੜਾ ਤੁਹਾਡੇ ਹੱਥਾਂ ਤੋਂ ਪਾਸੇ ਹੋ ਗਿਆ, ਉਂਗਲੀ ਛਡਾ ਗਿਆ। ਹਮ ਦੇਖਾਂ ਤੈ ਡੂਬੀ ਅਲੇ, ਉਹ ਡੁੱਬ ਜਾਂਦਾ ਹੈ। ਤਾਂ ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਵਾਹਿਗੁਰੂ ਦੀ ਕਥਾ ਜਿਹੜੀ ਆ ਨਾ, ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਨਿਰਾਲੀ ਹੈ, ਕਈ ਨਹੀਂ ਜਾ ਸਕਦੀ।
ਜਪਜੀ ਸਾਹਿਬ ਦੇ ਵਿੱਚ ਸਾਰੀਆਂ ਗੱਲਾਂ ਮੈਂ ਤੁਹਾਨੂੰ ਕਹਿਣਾ ਹੁੰਦਾ, ਇਹਨੂੰ ਅਰਥਾਂ ਨਾਲ ਪੜ੍ਹੋਗੇ, ਗੁਰੂ ਦੀ ਬਾਣੀ ਦੇ ਤੁਹਾਨੂੰ ਅਰਥ ਆਪੇ ਹੀ ਆ ਜਾਣੇ ਆ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਜੇ ਕੋਈ ਕਹੇਗਾ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁਝ ਕਹਿ ਦਿਆਂਗਾ ਤਾਂ ਉਹਨੂੰ ਬਾਅਦ ਵਿੱਚੋਂ ਪਛਤਾਉਣਾ ਪਵੇਗਾ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਹੇ। ਕਿਉਂ ਪਛਤਾਉਣਾ ਪਊਗਾ? ਉਹ ਕਹੂਗਾ ਮੈਂ ਘੱਟ ਕਹਿਤੀ ਗੱਲ, ਉਹ ਬਹੁਤ ਵੱਡਾ ਸੀ ਮੈਂ ਉਹਨੂੰ ਥੋੜਾ ਹੀ ਕਹਿ ਬੈਠਾ, ਉਹ ਬਹੁਤ ਉੱਚਾ ਸੀ ਮੈਥੋਂ ਉੱਦਾਂ ਦਾ ਕਿਹਾ ਨਹੀਂ ਗਿਆ, ਤਾਂ ਉਹ ਪਛਤਾਵੇਗਾ। ਕਰਤਾਰ ਕੀ ਸੁਗੰਧ ਹੈ नानक की कसम है, जितनी भी हो गोविंद की तारीफ वो कम है। हर चंद मेरे हाथ में पुरजोर कलम है, सतगुर के लिखूं वसफ कहाँ ताबे रकम है। गुरु गोबिंद सिंह जी महाराज मेरे हथ विच भावें कलम है, अल्लाह यार खां जोगी कहंदा है, पर मैं लिखां की तुहाडे बारे। जो लिखदा घट पै जांदा, जो कहना थोड़ा पै जांदा, की कहा मैं अकथ कहानी प्रेम की। हर हर जपन जप लोच लचानी, हर कृपा कर बनवाली। जन नानक संगत साध हर मेलो, हम साध जना पगराली। गुरु महाराज दे ऐसे सिंह सी, घोड़ियां दियां काठियां ते उन्हां ने कुछ लेट गए जिमी पे पोश बिछाकर, पहरा देने लगे तलवार उठाकर। खेमे से निकल आए सरकार हवा में, करतार से कहते थे गोया रूबरू होकर, कल जाऊंगा चमकौर से सुरखरू होकर। मैं तेरा हूँ बच्चे भी मेरे तेरे हैं मौला, वाहिगुरु मैं तेरा हाँ बच्चे भी मेरे तेरे हैं मौला। हैं तेरे थे तेरे रहेंगे तेरे दाता, तुझ शुक्र के आने का जुबां पर नहीं है शिकवा, पर शिकवा कोई नहीं। थे चार अब दो ही हो। पहला महाराज दे चार लाल सी, इन्हां नूं भाई मान सिंह जी हाथी बन के घोड़े बन के हूटे दिंदे सी, ते बाद विच महाराज नूं दो ही नज़र आउंदे ने। कहंदे थे चार चार सी भावें, अब दो ही हो, अब दो ही, हुण दो ही मेरे कोले रह गए हो। पर शहर जे भी ना होंगे, मैनूं पता ये भी नहीं होणगे कल नूं, पर मैं शुक्र करूँगा जब जे भी ना होंगे। उदों भी मैं कहूँगा जो तिस भावै नानका, साई गल चंगी तेरी अमानत तेरे पास। टालीआणा साहब जदों आपां जांदे हाँ, उत्थे जिहड़ी ड्योड़ी बनी आ ना रोड ते जिहड़ी बनी हुई आ, बहुत सोहना लिखिआ उत्थे। मैं एक दिन जदों पढ़िया सी ते उदों मैं कहा भी सारी गल ही कह दित्ती, छोटे जे शब्द आ वे कहने कुजे च समुंदर बंद कर दिता। उपर पढ़िओ उहदे लिखिआ होया तेरी अमानत तेरे पास। बहुत है निक्के जे शब्द आ भावें, पर इहदे विच कुजे च समुंदर बंद कर दिता कि मैं तेरा हूँ बच्चे भी मेरे तेरे हैं मौला। हैं तेरे थे तेरे तो सी तेरे, रहेंगे तेरे दाता। तेरा तुझको सौंपते क्या लागे मेरा। सो गल भरे आउंदा है जदों गुरु गोबिंद सिंह जी महाराज दियां आपां गल्लां कहने हाँ, कईयां नहीं जांदियां। धन सी ओ सिंह, धन सी ओ खालसा फौज, धन सी महाराज दे ओह साहिबजादे। बस गुरु महाराज किरपा करन साडे ते, असीं भी साहिब जी नाल प्यार करिए, असीं भी ऐसे मालक दे रंगां विच रंगे जाइए। इन्नी क बेनती आप जी स्वीकार करो। उन्हां सिंघां दी याद विच प्यारे साहिबजादे महाराज दे जिगर दे टोटे, उन्हां दी याद विच बोलदिआं बहुत भुल्लां हो गईआं। हाँ जी, भुल चुक दी खिमा बख्शो। बहुत आप जी ने ध्यान दे नाल प्यार नाल सुनिया है। महाराज सानू प्यार बख्शण, अपना एकता बनाइए, नगर दे विच रल मिल के रहिए। कुछ नहीं, 4 दिनां दी जिंदगी है। आओ जिहड़े पोह दे महीने विच सिंह शहीद होए ने, उन्हां दी याद विच आपां रल मिल के जप करिए ते प्यारे दे चरणां विच अरदास बेनती करिए।
ਵਾਹੇ ਗੁਰੂ 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 ਵਾਹੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ